Kanchan Outlook। ਸਤਯੁਗ, ਤ੍ਰੇਤਾ, ਦੁਆਪਰ, ਇਹਨਾਂ ਤਿੰਨਾਂ ਯੁਗਾਂ ਤੋਂ ਬਾਅਦ ਕਹਿੰਦੇ ਕਲਯੁਗ ਆਇਆ। ਕਾਲ ਦਾ ਯੁੱਗ, ਹੁਣ ਤੱਕ ਦਾ ਸਭ ਤੋਂ ਮਾੜਾ ਸਮਾਂ। ਕੁਝ ਮੰਦਭਾਗੀ ਘਟਨਾ ਵਾਪਰ ਜਾਏ, ਕੋਈ ਅਣਚਿਤਵਿਆ ਕਹਿਰ ਕਿਸੇ ਦੇ ਉੱਪਰ ਢਾ ਦਿੱਤਾ ਜਾਵੇ, ਅਸੀਂ ਕਹਿੰਦੇ ਹਾਂ ਕਿ ਕਲਯੁਗ ਹੈ ਭਾਈ, ਕਲਯੁਗ ਹੈ। ਪਰ ਕੀ ਇਸ ਤੋਂ ਪਹਿਲਾਂ ਵਾਲੇ ਜੋ ਯੁੱਗ ਸਨ ਜਾਂ ਜੋ ਮੰਨੇ ਜਾਂਦੇ ਨੇ, ਗੁਰਬਾਣੀ ਯੁਗਾਂ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੀ। ਗੁਰਬਾਣੀ ਸਦਾ ਇਸ ਗੱਲ 'ਤੇ ਹੀ ਜ਼ੋਰ ਦਿੰਦੀ ਹੈ ਕਿ ਉਸ ਪਰਮਾਤਮਾ ਨੇ ਸ੍ਰਿਸ਼ਟੀ ਬਣਾਈ ਹੈ ਅਤੇ ਸ੍ਰਿਸ਼ਟੀ ਚੱਲ ਰਹੀ ਹੈ। ਸ੍ਰਿਸ਼ਟੀ 'ਤੇ ਜੋ ਸਮਾਂ ਚੱਲ ਰਿਹਾ ਹੈ ਉਹਨੂੰ ਵੱਖ-ਵੱਖ ਯੁਗਾਂ ਦੇ ਵਿੱਚ ਵੰਡਿਆ ਨਹੀਂ ਜਾ ਸਕਦਾ। ਪਰ ਫਿਰ ਵੀ ਕਈ ਵਾਰ ਸਾਨੂੰ ਕੁਝ ਨਾ ਕੁਝ ਸਮਝਾਉਣ ਦੇ ਮੰਤਵ ਨਾਲ ਯੁਗਾਂ ਦੀ ਗੱਲ ਗੁਰਬਾਣੀ ਦੇ ਵਿੱਚ ਆਉਂਦੀ ਹੈ। ਅਤੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 406 ਅੰਗ ਦੀ ਗੁਰਬਾਣੀ ਦੇ ਵਿੱਚ ਅਸੀਂ ਯੁਗਾਂ ਦੇ ਬਾਰੇ ਵਿੱਚ ਕੁਝ ਮਹੱਤਵਪੂਰਨ ਸਿੱਖਿਆਵਾਂ ਸਿੱਖਾਂਗੇ। ਦੂਸਰੀ ਗੱਲ ਜੋ ਅੱਜ ਦੀ ਗੁਰਬਾਣੀ ਦੇ ਵਿੱਚੋਂ ਸਾਨੂੰ ਸਿੱਖਣ ਨੂੰ ਮਿਲੇਗੀ ਉਹ ਹੈ ਮਨੁੱਖ ਦਾ ਕੀਮਤੀ ਵਸਤੂਆਂ ਦੇ ਨਾਲ ਮੋਹ, ਰਾਜ ਦੀ, ਸੱਤਾ ਦੀ ਲਾਲਸਾ। ਇਹ ਮੋਹ ਤੇ ਇਹ ਲਾਲਸਾ ਕਿੰਨੀ ਕੁ ਸਹੀ ਹੈ? ਕੀ ਗੁਰਬਾਣੀ ਵਾਕਿਆ ਹੀ ਸਾਨੂੰ ਇੱਧਰ ਨੂੰ ਪ੍ਰੇਰਿਤ ਕਰਦੀ ਹੈ, ਖਾਸ ਕਰਕੇ ਰਾਜ ਭਾਗ ਤੇ ਸੱਤਾ ਵੱਲ? ਕਿਉਂਕਿ ਅਕਸਰ ਕਈ ਲੋਕਾਂ ਵੱਲੋਂ ਗੁਰਬਾਣੀ ਦੇ ਹਵਾਲੇ ਲਏ ਜਾਂਦੇ ਨੇ ਕੁਝ ਖਾਸ ਕਾਰਜਾਂ ਨੂੰ ਕਰਨ ਦੀ ਪ੍ਰੇਰਨਾ ਵਾਸਤੇ। ਸੋ ਕਿਰਪਾ ਕਰਕੇ ਵੀਡੀਓ ਨੂੰ ਅੰਤ ਤੱਕ ਵੇਖਣ ਦੀ ਜ਼ਰੂਰ ਕੋਸ਼ਿਸ਼ ਕਰਿਓ ਤਾਂ ਕਿ ਅਸੀਂ ਸਮਝ ਸਕੀਏ ਕਿ ਗੁਰੂ ਅਰਜਨ ਸਾਹਿਬ ਇਹਨਾਂ ਮਾਮਲਿਆਂ ਦੇ ਵਿੱਚ। ਆਸਾ ਮਹਿਲਾ ਪੰਜਵਾਂ। ਅਗੰਮ ਅਗੋਚਰ ਦਰਸ਼ ਤੇਰਾ ਸੋ ਪਾਏ ਜਿਸ ਮਸਤਕ ਭਾਗ। ਹੇ ਪ੍ਰਮਾਤਮਾ, ਤੂੰ ਅਪਹੁੰਚ ਹੈ, ਮਨੁੱਖ ਦੀਆਂ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਤੇਰਾ ਦਰਸ਼ਨ ਉਹੀ ਮਨੁੱਖ ਪਾਉਂਦਾ ਹੈ ਜਿਹਦੇ ਮੱਥੇ ਉੱਪਰ ਚੰਗੇ ਭਾਗ ਜਾਗ ਪੈਣ। ਤੇ ਭਾਗ ਲਿਖਣ ਵਾਲਾ ਵੀ ਪ੍ਰਮਾਤਮਾ ਆਪ ਹੀ ਹੈ। ਆਪ ਕਿਰਪਾਲ, ਕਿਰਪਾ ਪ੍ਰਭ ਧਾਰੀ, ਸਤਿਗੁਰ ਬਖਸ਼ਿਆ ਹਰ ਨਾਮ। ਜਿਸ ਮਨੁੱਖ ਉੱਪਰ ਕਿਰਪਾ ਦੇ ਘਰ ਪ੍ਰਮਾਤਮਾ ਨੇ ਕਿਰਪਾ ਦੀ ਨਿਗਾਹ ਕੀਤੀ, ਮਿਹਰ ਦੀ ਨਿਗਾਹ ਕੀਤੀ, ਸਤਿਗੁਰੂ ਨੇ ਉਸ ਮਨੁੱਖ ਨੂੰ ਪ੍ਰਮਾਤਮਾ ਦਾ ਨਾਮ ਬਖਸ਼ ਦਿੱਤਾ। ਕਲਯੁਗ ਉਧਾਰਿਆ ਗੁਰਦੇਵ, ਮਲ ਮੂਤ ਮੂੜ ਜੇ ਮੁਗਧ ਹੋਤੇ, ਸਭ ਲੱਗੇ ਤੇਰੀ ਸੇਵ ਰਹਾਓ। ਇਹ ਸਤਿਗੁਰੂ, ਤੂੰ ਤਾਂ ਕਲਯੁਗ ਨੂੰ ਵੀ ਬਚਾ ਲਿਆ ਹੈ। ਕਲਯੁਗ ਨੂੰ ਬਚਾਉਣ ਤੋਂ ਭਾਵ ਸਮੇਂ ਨੂੰ, ਕਲ ਯੁੱਗ ਨੂੰ ਬਚਾਉਣ ਦੀ ਗੱਲ ਨਹੀਂ, ਕਲਯੁਗ ਦੇ ਵਿੱਚ ਵਿਚਰਨ ਵਾਲੇ ਮਨੁੱਖਾਂ ਨੂੰ ਬਚਾਉਣ ਦੀ ਗੱਲ ਹੈ। ਕਿਉਂਕਿ ਕਲਯੁਗ ਨੂੰ ਮਾੜਾ ਸਮਾਂ ਮੰਨਿਆ ਜਾਂਦਾ ਅਤੇ ਮਾੜਾ ਸਮਾਂ ਸਭਨਾਂ ਲਈ ਮਾੜਾ। ਲੇਕਿਨ ਗੁਰੂ ਸਾਹਿਬ ਕਹਿੰਦੇ ਕਿ ਹੇ ਸਤਿਗੁਰੂ, ਤੂੰ ਕਲਯੁਗ ਦੇ ਵਿੱਚ ਵਿਚਰਨ ਵਾਲੇ ਮਨੁੱਖਾਂ ਨੂੰ ਵੀ ਬਚਾ ਲਿਆ ਹੈ। ਜਿਹੜੇ ਮਨੁੱਖ ਪਹਿਲਾਂ ਗੰਦੇ ਤੇ ਮੂਰਖ ਸਨ, ਮਲ ਮੂਤ ਮੂੜ ਜੇ ਮੁਗਧ ਹੋਤੇ, ਜਿਹੜੇ ਗੰਦੇ, ਕਮਲੇ ਤੇ ਮੂਰਖ ਹੁੰਦੇ ਸੀ, ਸਭ ਲੱਗੇ ਤੇਰੀ ਸੇਵ, ਉਹ ਵੀ ਤੇਰੀ ਸੇਵਾ ਦੇ ਵਿੱਚ ਲੱਗ ਗਏ ਹਨ। ਗੁਰੂ ਦੀ ਕਿਰਪਾ ਦੇ ਨਾਲ ਉਹ ਵੀ ਤੇਰੀ ਸੇਵਾ ਦੇ ਵਿੱਚ ਲੱਗ ਗਏ ਹਨ। ਇਹਨਾਂ ਪੰਕਤੀਆਂ ਦਾ ਸੰਬੰਧ ਕਿੱਥੇ ਜੁੜਦਾ ਹੈ? ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਪਹਿਲਾਂ ਬੜੀ ਲੋਕਾਈ ਵਿਕਾਰਾਂ ਦੇ ਵਿੱਚ ਗ੍ਰਸਤ ਸੀ। ਤੇ ਇਹ ਨਹੀਂ ਕਿ ਅੱਜ ਲੋਕ ਵਿਕਾਰਾਂ ਦੇ ਵਿੱਚ ਗ੍ਰਸਤ ਨਹੀਂ ਹਨ, ਅੱਜ ਵੀ ਹਨ। ਲੇਕਿਨ ਉਹਨਾਂ ਵਿਕਾਰਾਂ ਦੇ ਵਿੱਚ ਗ੍ਰਸਤ ਹੋਇਆਂ ਦੇ ਵਿੱਚੋਂ ਅਨੇਕਾਂ ਹੀ ਲੋਕਾਂ ਨੇ ਗੁਰੂ ਸਾਹਿਬ ਨੂੰ ਸੁਣਿਆ, ਗੁਰੂ ਦੀਆਂ ਸਿੱਖਿਆਵਾਂ ਨੂੰ ਮੰਨਿਆ, ਗੁਰੂ ਦੀਆਂ ਸਿੱਖਿਆਵਾਂ 'ਤੇ ਅਮਲ ਕੀਤਾ ਅਤੇ ਆਪਣੇ ਆਪ ਨੂੰ ਵਿਕਾਰਾਂ ਦੇ ਵਿੱਚੋਂ ਕੱਢ ਲਿਆ। ਸਾਰੇ ਤੇ ਨਹੀਂ, ਪਰ ਬਹੁਤੇ ਲੋਕਾਂ ਦਾ ਭਲਾ ਹੋ ਗਿਆ। ਬਹੁਤੇ ਲੋਕ ਜੋ ਵਿਕਾਰਾਂ ਦੇ ਵਿੱਚ ਗ੍ਰਸਤ ਸੀ, ਗੁਰੂ ਦੀ ਕਿਰਪਾ ਨਾਲ ਵਿਕਾਰਾਂ ਦੇ ਵਿੱਚੋਂ ਬਾਹਰ ਆ ਗਏ। ਗੁਰੂ ਸਾਹਿਬ ਨੇ ਉਹਨਾਂ ਨੂੰ ਬਚਾ ਲਿਆ। ਕਲਯੁਗ ਉਧਾਰਿਆ ਗੁਰਦੇਵ, ਇਹ ਅਰਥ ਹਨ ਇਸ ਪੰਕਤੀ ਦੇ। ਅਤੇ ਇਹ ਵਰਤਾਰਾ ਅੱਜ ਵੀ ਚੱਲ ਰਿਹਾ ਹੈ, ਅੱਜ ਵੀ ਚੱਲ ਰਿਹਾ ਹੈ। ਅੱਜ ਵੀ ਬਥੇਰੀ ਦੁਨੀਆ
ਮੋਹ ਦੇ ਵਿੱਚ ਗ੍ਰਸਤ, ਵਿਕਾਰਾਂ ਦੇ ਵਿੱਚ ਗ੍ਰਸਤ ਹੈ, ਪਰ ਸਮੇਂ-ਸਮੇਂ ਤੇ ਪ੍ਰਮਾਤਮਾ ਵੱਲੋਂ ਪ੍ਰੇਰਣਾ ਮਿਲਦੀ ਹੈ। ਕੋਈ ਜੀਵ, ਕੋਈ ਇਨਸਾਨ ਗੁਰਬਾਣੀ ਦੇ ਲੜ ਲੱਗਦਾ ਹੈ। ਇੱਕ ਇਨਸਾਨ ਜੋ ਵਿਕਾਰਾਂ ਦੇ ਵਿੱਚ ਗ੍ਰਸਤ ਚੱਲਿਆ ਆ ਰਿਹਾ ਸੀ, ਅਚਾਨਕ ਗੁਰਬਾਣੀ ਦੇ ਲੜ ਲੱਗਦਾ ਹੈ ਤੇ ਤਰ ਜਾਂਦਾ, ਬਚ ਜਾਂਦਾ, ਭੁੱਲ ਜਾਂਦਾ ਉਹਨਾਂ ਵਿਕਾਰਾਂ ਨੂੰ। ਉਹਦਾ ਜੀਵਨ ਹੀ ਪੂਰੀ ਤਰ੍ਹਾਂ ਦੇ ਨਾਲ ਤਬਦੀਲ ਹੋ ਜਾਂਦਾ। ਇਹ ਵਰਤਾਰਾ ਅੱਜ ਵੀ ਚੱਲ ਰਿਹਾ ਹੈ। ਗੁਰੂ ਨਾਨਕ ਸਾਹਿਬ ਤੇ ਉਹਨਾਂ ਤੋਂ ਬਾਅਦ ਵਾਲੇ ਸਾਡੇ 9 ਗੁਰੂ ਸਾਹਿਬਾਨ, ਉਹ ਭਗਤ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ, ਸਰੀਰਕ ਤੌਰ ਤੇ ਉਹ ਸਾਡੇ ਵਿੱਚ ਮੌਜੂਦ ਨਹੀਂ, ਪਰ ਉਹਨਾਂ ਦੀਆਂ ਸਿੱਖਿਆਵਾਂ ਅੱਜ ਵੀ ਸਾਨੂੰ ਸੇਧ ਦਿੰਦੀਆਂ ਨੇ। ਉਹ ਸਿੱਖਿਆਵਾਂ ਅੱਜ ਵੀ ਆਪਣਾ ਕੰਮ ਕਰਦੀਆਂ ਪਈਆਂ ਨੇ। ਕਲਯੁਗ ਉਧਾਰਿਆ ਗੁਰਦੇਵ, ਉਹ ਸਿੱਖਿਆਵਾਂ ਅੱਜ ਵੀ, ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਅੱਜ ਵੀ ਕਲਯੁਗੀ ਜੀਵਾਂ ਨੂੰ ਉਧਾਰ ਰਹੀਆਂ ਨੇ, ਬਚਾ ਰਹੀਆਂ ਨੇ। ਤੂੰ ਆਪ ਕਰਤਾ ਸਭ ਸ੍ਰੇਸ਼ਟ ਧਰਤਾ, ਸਭ ਮਹਿ ਰਹਿਆ ਸਮਾਈ। ਧਰਤਾ ਤੋਂ ਭਾਵ ਸਹਾਰਾ ਦੇਣ ਵਾਲਾ। ਹੇ ਪ੍ਰਮਾਤਮਾ, ਤੂੰ ਆਪ ਹੀ ਇਸ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ। ਤੂੰ ਆਪ ਕਰਤਾ ਸਭ ਸ੍ਰੇਸ਼ਟ ਧਰਤਾ, ਸਾਰੀ ਸ੍ਰਿਸ਼ਟੀ ਨੂੰ ਆਪ ਹੀ ਤੂੰ ਸਹਾਰਾ ਦੇਣ ਵਾਲਾ ਹੈ। ਸਭ ਮਹਿ ਰਹਿਆ ਸਮਾਏ, ਸਭਨਾਂ ਦੇ ਵਿੱਚ ਤੂੰ ਸਮਾਇਆ ਹੋਇਆ ਹੈ, ਰਮਿਆ ਹੋਇਆ ਹੈ। ਧਰਮ ਰਾਜਾ ਬਿਸਮਾਦ ਹੋਆ, ਸਭ ਪਈ ਪੈਰੀ ਆਈ। ਬਿਸਮਾਦ ਤੋਂ ਭਾਵ ਹੈਰਾਨ। ਗੁਰੂ ਸਾਹਿਬ ਕਹਿੰਦੇ ਧਰਮ ਰਾਜ ਵੀ ਹੈਰਾਨ ਹੋਇਆ ਜਦੋਂ ਸਾਰੀ ਲੋਕਾਈ ਵਿਕਾਰਾਂ ਨੂੰ ਛੱਡ ਕੇ ਗੁਰੂ ਦੇ ਚਰਨੀ ਲੱਗਣ ਲੱਗੀ। ਸਤਜੁਗ ਤ੍ਰੇਤਾ ਦੁਆਪਰ ਭਣੀਐ, ਕਲਯੁਗ ਉਤਮੋ ਜੁਗਾ ਮਾਹੀ। ਕਹਿੰਦੇ ਹਾਲਾਂਕਿ ਸਤਜੁਗ, ਤ੍ਰੇਤਾ ਤੇ ਦੁਆਪਰ ਯੁੱਗਾਂ ਨੂੰ ਚੰਗੇ ਯੁੱਗ ਮੰਨਿਆ ਜਾਂਦਾ ਹੈ ਤੇ ਕਲਯੁਗ ਨੂੰ ਮੰਨਿਆ ਜਾਂਦਾ ਹੈ ਮਾੜਾ ਯੁੱਗ, ਪਰ ਗੁਰੂ ਸਾਹਿਬ ਕਹਿੰਦੇ ਅਸਲੀਅਤ ਤਾਂ ਇਹ ਹੈ ਕਿ ਕਲਯੁਗ ਸਾਰੇ ਯੁੱਗਾਂ ਵਿੱਚੋਂ ਸ੍ਰੇਸ਼ਟ ਹੈ। ਕਿਵੇਂ ਸ੍ਰੇਸ਼ਟ ਹੈ? ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਐ ਕਿਸੈ ਥਾਈ। ਕਿਉਂਕਿ ਕਲਯੁਗ ਦੇ ਵਿੱਚ ਜਿਹੜਾ ਹੱਥ ਕੋਈ ਕਰਮ ਕਰਦਾ ਹੈ, ਉਸ ਕਰਮ ਦਾ ਨਤੀਜਾ ਵੀ ਉਹੀ ਹੱਥ ਭੁਗਤਦਾ ਹੈ। ਕੋਈ ਮਨੁੱਖ ਕਿਸੇ ਹੋਰ ਮਨੁੱਖ ਦੇ ਥਾਂ ਵਿਕਾਰਾਂ ਦੇ ਕਾਰਨ ਫੜਿਆ ਨਹੀਂ ਜਾਂਦਾ। ਇਹਨਾਂ ਪੰਕਤੀਆਂ ਨੂੰ ਬੜੀ ਡੂੰਘਾਈ ਦੇ ਵਿੱਚ ਜਾ ਕੇ ਸਮਝਣ ਦੀ ਲੋੜ ਹੈ ਤੇ ਮੇਰਾ ਖਿਆਲ ਹੈ ਕਿ ਇਸ ਵੀਡੀਓ ਦੇ ਵਿੱਚ ਜੇ ਆਪਾਂ ਗੱਲ ਕਰਨ ਲੱਗ ਗਏ ਤੇ ਇਹ ਵੀਡੀਓ ਬਹੁਤ ਲੰਬੀ ਹੋ ਜਾਣੀ ਹੈ। ਸੋ ਇਸ ਵਿਸ਼ੇ ਤੇ ਇੱਕ ਖਾਸ ਵੀਡੀਓ ਅਲੱਗ ਤੋਂ ਤਿਆਰ ਕਰਾਂਗੇ ਤੇ ਕੋਸ਼ਿਸ਼ ਇਹ ਰਹੇਗੀ ਕਿ ਅਗਲੇ ਅੰਗ ਦੀ ਬਾਣੀ ਦੀ ਵਿਆਖਿਆ ਕਰਨ ਤੋਂ ਪਹਿਲਾਂ ਆਪਾਂ ਇਸ ਵਿਸ਼ੇ ਤੇ ਗੱਲ ਕਰ ਲਈਏ, ਕਿਉਂਕਿ ਕਾਫੀ ਮਹੱਤਵਪੂਰਨ ਵਿਸ਼ਾ ਤੇ ਕਾਫੀ ਲੰਬਾ ਚੌੜਾ ਵਿਸ਼ਾ ਵੀ ਹੈ। ਬਹੁਤ ਸਾਰੀਆਂ ਉਦਾਹਰਨਾਂ ਵੀ ਲੈਣੀਆਂ ਪੈਣਗੀਆਂ। ਇਤਿਹਾਸ ਦੇ ਵਿੱਚ ਝਾਤੀ ਵੀ ਮਾਰਨੀ ਪਏਗੀ। ਇਤਿਹਾਸ ਪਿਛਲੇ ਕੋਈ 100, 500 ਜਾਂ 1000 ਸਾਲ ਦਾ ਇਤਿਹਾਸ ਨਹੀਂ, ਬਲਕਿ 5-7 ਹਜ਼ਾਰ ਸਾਲ ਪਹਿਲਾਂ ਦੇ ਇਤਿਹਾਸ ਤੇ ਝਾਤੀ ਮਾਰਨੀ ਪਏਗੀ। ਉਹ ਸਮੇਂ ਤੇ ਝਾਤੀ ਮਾਰਨੀ ਪਏਗੀ ਜਿਹੜੇ ਸਮੇਂ ਨੂੰ ਸਤਯੁਗ, ਤ੍ਰੇਤਾ ਤੇ ਦੁਆਪਰ ਯੁੱਗ ਮੰਨਿਆ ਜਾਂਦਾ ਹੈ। ਦੇਖਣਾ ਪਏਗਾ ਉਦੋਂ ਕੀ ਸੀ, ਹੁਣ ਕੀ ਆ। ਗੁਰੂ ਸਾਹਿਬ ਨੇ ਕਲਯੁਗ ਨੂੰ ਸ੍ਰੇਸ਼ਟ ਕਿਉਂ ਕਿਹਾ? ਸੋ ਬਣੇ ਰਹੋ ਚੈਨਲ ਦੇ ਨਾਲ, ਨਿਗਾਹ ਰੱਖਿਓ। ਜਦ ਉਹ ਵੀਡੀਓ ਆਏ ਤੇ ਜ਼ਰੂਰ ਵੇਖਿਓ, ਤੁਹਾਨੂੰ ਬਹੁਤ ਕੁਝ ਉਹਦੇ ਵਿੱਚੋਂ ਸਿੱਖਣ ਨੂੰ ਜ਼ਰੂਰ ਮਿਲੇਗਾ। ਪਰ ਫਿਲਹਾਲ ਦੇ ਲਈ ਅਸੀਂ ਇੰਨਾ ਜਾਣ ਲਈਏ ਕਿ ਹਾਲਾਂਕਿ ਸਤਯੁਗ, ਤ੍ਰੇਤਾ ਤੇ ਦੁਆਪਰ ਨੂੰ ਚੰਗਾ ਮੰਨਿਆ ਜਾਂਦਾ, ਪਰ ਗੁਰੂ ਸਾਹਿਬ ਕਹਿੰਦੇ ਕਲਯੁਗ ਇਹਨਾਂ ਨਾਲੋਂ ਅਸਲ ਦੇ ਵਿੱਚ ਸ੍ਰੇਸ਼ਟ ਹੈ। ਕਿਉਂਕਿ ਕਲਯੁਗ ਉਹ ਸਮਾਂ ਜਿੱਥੇ ਜਿਹੜਾ ਕੋਈ ਵਿਕਾਰਾਂ ਦੇ ਵਿੱਚ ਡਿੱਗਿਆ ਹੋਇਆ, ਉਹਦਾ ਡਿੱਗੇ ਹੋਏ ਦਾ ਨਤੀਜਾ ਵੀ ਉਹ ਆਪ ਹੀ ਭੁਗਤਦਾ। ਜੋ ਵੀ ਚੰਗਾ ਜਾਂ ਮਾੜਾ ਕੰਮ ਕੋਈ ਕਰਦਾ, ਉਸ ਚੰਗੇ ਮਾੜੇ ਕੰਮ ਦਾ ਨਤੀਜਾ ਵੀ ਉਹੀ ਮਨੁੱਖ ਭੁਗਤਦਾ। ਵਿਕਾਰਾਂ ਦੇ ਕਾਰਨ ਕਿਸੇ ਇੱਕ ਦੀ ਥਾਂ ਤੇ ਦੂਜੇ ਨੂੰ ਸਜ਼ਾ ਨਹੀਂ ਮਿਲਦੀ। ਹਰ ਜੀਓ ਸੋਈ ਕਰੈ, ਜੇ ਭਗਤ ਤੇਰੇ ਜਾਚੈ, ਇਹੋ ਤੇਰਾ ਬਿਰਧ। हे ਪ੍ਰਮਾਤਮਾ, ਤੂੰ ਉਹੀ ਕਰਦਾ ਹੈ ਜੋ ਤੇਰੇ ਭਗਤ ਜਨ ਤੇਰੇ ਤੋਂ ਮੰਗਦੇ ਹਨ ਤੇ ਮੁੱਢ ਕਦੀਮ ਤੋਂ ਤੇਰਾ ਇਹੀ ਸੁਭਾਅ ਚੱਲਿਆ ਆ ਰਿਹਾ ਹੈ। ਕਰ ਜੋੜ ਨਾਨਕ ਦਾਨ ਮੰਗੈ, ਆਪਣਿਆਂ ਸੰਤਾਂ ਦੇ ਹਰ ਦਰਸ਼। ਆਪਣੇ ਦੋਵੇਂ ਹੱਥ ਜੋੜ ਕੇ ਨਾਨਕ ਤੇਰੇ ਪਾਸੋਂ ਦਾਨ ਮੰਗਦਾ ਹੈ ਕਿ ਨਾਨਕ ਨੂੰ ਆਪਣੇ ਸੰਤ ਜਨਾਂ ਦਾ ਦਰਸ਼ਨ ਦੇ।
ਇਹ ਗੱਲ ਜੋ ਆਈ ਹੈ ਕਿ ਪ੍ਰਮਾਤਮਾ ਉਹੀ ਕਰਦਾ ਹੈ ਜੋ ਉਹਦੇ ਭਗਤ ਜਨ ਉਹਦੇ ਤੋਂ ਮੰਗਦੇ ਹਨ। ਇਹਦੀ ਗੱਲ ਵੀ ਆਪਾਂ ਯੁੱਗਾਂ ਵਾਲੀ ਵੀਡੀਓ ਦੇ ਵਿੱਚ ਹੀ ਕਰਾਂਗੇ। ਉਹਦੇ ਨਾਲ ਮਿਲਦੀ ਜੁਲਦੀ ਉਸੇ ਵਿਸ਼ੇ ਦੀ ਹੀ ਗੱਲ ਹੈ। ਰਾਗ ਆਸਾ ਮਹਿਲਾ ਪੰਜਵਾਂ ਘਰ 13ਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ। ਰਹਾਓ। हे ਸਤਿਗੁਰੂ, ਤੇਰੇ ਬਚਨਾਂ ਨੇ ਤੇਰੀ ਸ਼ਰਨ ਪਏ ਅਨੇਕਾਂ ਹੀ ਨਿਰਗੁਣ ਬੰਦਿਆਂ, ਗੁਣਹੀਣ ਬੰਦਿਆਂ ਨੂੰ ਨਿਸਤਾਰ ਦਿੱਤਾ, ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੱਤਾ। ਮਹਾਂ ਵਿਘਾਤੀ ਦੁਸ਼ਟ ਅਪਵਾਦੀ ਤੇ ਪੁਨੀਤ ਸੰਗਾਰੇ। हे ਸਤਿਗੁਰੂ, ਤੇਰੀ ਸੰਗਤ ਵਿੱਚ ਰਹਿ ਕੇ ਉਹ ਬੰਦੇ ਵੀ ਪਵਿੱਤਰ ਆਚਰਣ ਵਾਲੇ ਹੋ ਗਏ ਜਿਹੜੇ ਪਹਿਲਾਂ ਮਹਾਂ ਵਿਘਾਤੀ ਦੁਸ਼ਟ ਅਪਵਾਦੀ, ਬੜੇ ਖਰਵੇ ਸੁਭਾਅ ਵਾਲੇ, ਭੈੜੇ ਆਚਰਣ ਵਾਲੇ ਤੇ ਮੰਦੇ ਬੋਲ ਬੋਲਣ ਵਾਲੇ ਸਨ। ਜਨਮ ਭਵੰਤੇ ਨਰਕ ਪੜੰਤੇ ਤਿਨਕੇ ਕੁਲ ਉਧਾਰੇ। हे ਸਤਿਗੁਰੂ, ਤੂੰ ਉਹਨਾਂ ਬੰਦਿਆਂ ਦੀਆਂ ਕੁਲਾਂ ਵਿਕਾਰਾਂ ਵਿੱਚ ਟਿਕਣ ਤੋਂ ਬਚਾ ਲਈਆਂ ਜਿਹੜੇ ਅਨੇਕਾਂ ਜੂਨਾਂ ਵਿੱਚ ਭਟਕਦੇ ਆ ਰਹੇ ਸਨ, ਜਨਮ ਮਰਨ ਦੇ ਗੇੜ ਦੇ ਨਰਕ ਵਿੱਚ ਪਏ ਆ ਰਹੇ ਸਨ। ਕੋਏ ਨਾ ਜਾਣੈ ਕੋਏ ਨਾ ਮਾਨੈ ਸੇ ਪ੍ਰਗਟ ਹਰ ਦੁਆਰੇ। हे ਸਤਿਗੁਰੂ, ਤੇਰੀ ਮਿਹਰ ਨਾਲ ਉਹ ਮਨੁੱਖ ਵੀ ਪ੍ਰਭੂ ਦੇ ਦਰ ਤੇ ਆਦਰ ਮਾਣ ਹਾਸਲ ਕਰਨ ਜੋਗੇ ਹੋ ਗਏ ਜਿਨ੍ਹਾਂ ਨੂੰ ਪਹਿਲਾਂ ਕੋਈ ਜਾਣਦਾ ਨਹੀਂ ਸੀ, ਕੋਈ ਪਛਾਣਦਾ ਨਹੀਂ ਸੀ, ਜਿਨ੍ਹਾਂ ਨੂੰ ਜਗਤ ਵਿੱਚ ਕੋਈ ਆਦਰ ਨਹੀਂ ਸੀ ਦਿੰਦਾ। ਹਾਲਾਂਕਿ ਇੱਥੇ ਪ੍ਰਭੂ ਦੇ ਦਰ ਤੇ ਆਦਰ ਮਾਣ ਹਾਸਲ ਹੋਣ ਦੀ ਗੱਲ ਹੋ ਰਹੀ ਹੈ, ਪਰ ਇਹ ਵਰਤਾਰਾ ਹੁਣੇ ਹੀ ਅਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਪ੍ਰਤੱਖ ਦੇਖਿਆ। ਪੰਜਾਬ ਦੇ ਵਿੱਚ, ਪੰਜਾਬ ਦੀ ਰਾਜਨੀਤੀ ਦੇ ਵਿੱਚ ਜੋ ਬਦਲਾਅ ਆਇਆ ਹੈ, ਅਨੇਕਾਂ ਹੀ ਅਜਿਹੇ ਚਿਹਰੇ ਜਿਨ੍ਹਾਂ ਨੂੰ ਕੋਈ ਜਾਣਦਾ ਪਛਾਣਦਾ ਨਹੀਂ ਸੀ, ਉਹ ਉੱਗੜ ਕੇ ਸਾਹਮਣੇ ਆਏ। ਉਹਨਾਂ ਨੂੰ ਆਦਰ ਸਤਿਕਾਰ ਮਿਲਣ ਲੱਗਿਆ, ਉਹਨਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਮਿਲਣ ਲੱਗੀਆਂ ਤੇ ਅਨੇਕਾਂ ਹੀ ਚਿਹਰੇ ਜੋ ਪ੍ਰਸਿੱਧ ਸਨ, ਜੋ ਆਪਣੇ ਆਪ ਨੂੰ ਦਿੱਗਜ ਸਮਝਦੇ ਸਨ, ਉਹ ਲੋਕਾਂ ਦੇ ਮਨਾਂ ਤੋਂ ਇੱਕਦਮ ਹੀ ਲੈ ਗਏ। ਇਹ ਤਾਕਤ ਹੈ ਉਸ ਪਰਮਾਤਮਾ ਦੀ। ਪਲ ਦੇ ਵਿੱਚ ਉਥਲ ਪੁਥਲ ਕਰ ਸਕਦਾ ਹੈ, ਡਿੱਗਿਆਂ ਨੂੰ ਉੱਚੇ ਕਰ ਸਕਦਾ ਹੈ, ਖੜੇ ਕਰ ਸਕਦਾ ਹੈ ਤੇ ਜਿਹੜੇ ਉੱਚੇ ਨੇ ਉਹਨਾਂ ਨੂੰ ਨੀਵੇਂ ਵੀ ਸਿੱਟ ਸਕਦਾ ਹੈ। ਇਸੇ ਲਈ ਗੁਰੂ ਸਾਹਿਬ ਕਹਿੰਦੇ, ਕਵਨ ਉਪਮਾ ਦਿਓ ਕਵਨ ਵਡਾਈ, ਨਾਨਕ ਖਿਨ ਖਿਨ ਵਾਰੇ। ਕਹਿੰਦੇ ਪ੍ਰਮਾਤਮਾ, ਤੂੰ ਇੰਨਾ ਕੁ ਤਾਕਤਵਰ ਹੈ, ਇੰਨੀ ਵੱਡੀ ਤੇਰੀ ਸ਼ਖਸੀਅਤ ਹੈ, ਨਾਨਕ ਤੇਰੇ ਵਰਗਾ ਹੋਰ ਕਿਸ ਨੂੰ ਆਖੇ, ਤੇਰੇ ਬਰਾਬਰ ਦੀ ਉਪਮਾ ਹੋਰ ਕਿਸ ਨੂੰ ਦੇਵੇ, ਤੇਰੀ ਕੀ ਹੀ ਸਿਫਤ ਕਰੇ। ਨਾਨਕ ਕੌਣ ਹੈ ਤੇਰੀ ਸਿਫਤ ਕਰਨ ਵਾਲਾ ਪਰਮਾਤਮਾ? ਬਸ ਇੰਨਾ ਕਰ ਸਕਦਾ ਹੈ, ਨਾਨਕ ਖਿਨ ਖਿਨ ਵਾਰੇ, ਪਲ ਪਲ ਤੇਰੇ ਤੋਂ ਸਦਕੇ ਜਾਵਾਂ, ਕੁਰਬਾਨ ਜਾਵਾਂ। ਆਸਾ ਮਹਿਲਾ ਪੰਜਵਾਂ। ਬਾਵਰ ਸੋਏ ਰਹੇ। ਰਹਾਓ। ਮਾਇਆ ਦੇ ਮੋਹ ਵਿੱਚ ਝੱਲੇ ਹੋਏ ਮਨੁੱਖ ਗਫਲਤ ਦੀ ਨੀਂਦ ਵਿੱਚ ਸੁੱਤੇ ਰਹਿੰਦੇ ਹਨ। ਮੋਹ ਕੁਟੰਬ ਬਿਖੈ ਰਸ ਮਾਤੇ, ਮਿੱਥਿਆ ਗਹਿਨ ਗਹੇ। ਇਹ ਭਾਈ, ਅਜਿਹੇ ਬੰਦੇ ਪਰਿਵਾਰ ਦੇ ਮੋਹ ਅਤੇ ਵਿਸ਼ਿਆਂ ਦੇ ਸਵਾਦਾਂ ਵਿੱਚ ਮਸਤ ਹੋ ਕੇ ਕੂੜੀਆਂ ਮੱਲਾਂ ਮਲਦੇ ਰਹਿੰਦੇ ਹਨ। ਮਿਥਨ ਮਨੋਰਥ ਸੁਪਨ ਆਨੰਦ ਉਲਾਸ, ਮਨਮੁਖ ਸਤ ਕਹੇ। ਮਾਇਆ ਦੇ ਮੋਹ ਵਿੱਚ ਪਾਗਲ ਹੋਏ ਮਨ ਉਹਨਾਂ ਪਦਾਰਥਾਂ ਦੀ ਲਾਲਸਾ ਕਰਦੇ ਰਹਿੰਦੇ ਨੇ ਜਿਨ੍ਹਾਂ ਦੇ ਨਾਲ ਸਾਥ ਨਹੀਂ ਨਿਭਣਾ। ਇਹ ਪਦਾਰਥਾਂ ਦਾ ਮੋਹ ਸੁਪਨਿਆਂ ਦੇ ਵਿੱਚ ਪ੍ਰਤੀਤ ਹੋ ਰਹੇ ਮੌਜ ਮੇਲਿਆਂ ਵਾਂਗ ਹੀ ਹੈ। ਸੁਪਨੇ ਦੇ ਵਿੱਚ ਅਸੀਂ ਕਿੰਨੀ ਵੀ ਮੌਜ ਮਾਣਦੇ ਹੋਈਏ, ਕਿੰਨੇ ਵੀ ਮੇਲਿਆਂ ਦਾ ਆਨੰਦ ਮਾਣ ਰਹੇ ਹੋਈਏ, ਜਦੋਂ ਨੀਂਦ ਖੁੱਲ੍ਹਦੀ ਹੈ ਉਹ ਮੌਜ ਮੇਲਾ ਸਮਾਪਤ ਹੋ ਜਾਂਦਾ ਹੈ। ਫਰਕ ਸਿਰਫ ਇੰਨਾ ਹੈ ਕਿ ਮਾਇਆ ਦੇ ਮੋਹ ਦੇ ਵਿੱਚ ਗ੍ਰਸਤ, ਪਦਾਰਥਾਂ ਦੇ ਮੋਹ ਦੇ ਵਿੱਚ ਗ੍ਰਸਤ ਹੋ ਕੇ ਜੋ ਅਸੀਂ ਮੌਜ ਮੇਲੇ ਮਾਣਦੇ ਹਾਂ, ਉਹ ਨੀਂਦ ਖੁੱਲ੍ਹਣ ਤੇ ਨਹੀਂ, ਜਦੋਂ ਮੌਤ ਰੂਪੀ ਨੀਂਦ ਆਉਂਦੀ ਹੈ ਉਹ ਸੁਪਨੇ ਉਦੋਂ ਟੁੱਟਦੇ ਨੇ। ਅੰਮ੍ਰਿਤ ਨਾਮ ਪਦਾਰਥ ਸੰਗੇ ਤਿਲ ਮਰਮ ਨਾ ਲਹੇ। ਹੇ ਭਾਈ, ਆਤਮਿਕ ਜੀਵਨ ਦੇਣ ਵਾਲਾ ਹਰ ਨਾਮ ਹੀ ਸਦਾ ਸਾਥ ਦੇਣ ਵਾਲਾ ਪਦਾਰਥ ਹੈ। ਪਰ ਮਾਇਆ ਦੇ ਮੋਹ ਵਿੱਚ ਝੱਲੇ ਹੋਏ ਮਨੁੱਖ ਇਸ ਹਰ ਨਾਮ ਦਾ ਭੇਦ ਰਤਾ ਵੀ ਨਹੀਂ ਸਮਝਦੇ। ਕਰ ਕਿਰਪਾ ਰਾਖੇ ਸਤ ਸੰਗੇ
ਨਾਨਕ ਸ਼ਰਨ ਆਹੇ। ਪਰ ਜੀਵਾਂ ਦੇ ਵੀ ਕੀ ਵਸ ਹੈ। ਹੇ ਨਾਨਕ, ਪ੍ਰਭੂ ਮਿਹਰ ਕਰਕੇ ਜਿਨ੍ਹਾਂ ਮਨੁੱਖਾਂ ਨੂੰ ਸਾਧ ਸੰਗਤ ਵਿੱਚ ਰੱਖਦਾ ਹੈ, ਉਹੀ ਉਸ ਪ੍ਰਭੂ ਦੀ ਸ਼ਰਨ ਆਏ ਰਹਿੰਦੇ ਹਨ। ਆਸਾ ਮਹਿਲਾ ਪੰਜਵਾਂ ਤੇ ਪਦੇ। ਓਹਾ ਪ੍ਰੇਮ ਪਿਰੀ ਰਹਾਉ। ਹੇ ਭਾਈ, ਮੈਨੂੰ ਤਾਂ ਪਿਆਰੇ ਪ੍ਰਭੂ ਦਾ ਉਹ ਪ੍ਰੇਮ ਹੀ ਚਾਹੀਦਾ ਹੈ। ਕਨਕ ਮਾਣਕ ਗਜ ਮੋਤੀਆਂ ਲਾਲਨ ਨਾ ਨਾ ਨਹੀਂ। ਗੁਰੂ ਸਾਹਿਬ ਕਹਿੰਦੇ ਪ੍ਰਭੂ ਦੇ ਪਿਆਰ ਦੇ ਟਾਕਰੇ ਤੇ, ਪ੍ਰਭੂ ਦੇ ਪਿਆਰ ਦੇ ਬਦਲੇ 'ਚ ਸੋਨਾ ਮੋਤੀ, ਵੱਡੇ ਵੱਡੇ ਮੋਤੀ, ਹੀਰੇ ਲਾਲ, ਮੈਨੂੰ ਇਹਨਾਂ ਵਿੱਚੋਂ ਕੋਈ ਵੀ ਚੀਜ਼ ਨਹੀਂ ਚਾਹੀਦੀ, ਨਹੀਂ ਚਾਹੀਦੀ। ਕਨਕ ਮਾਣਕ ਗਜ ਮੋਤੀਆਂ ਲਾਲਨ ਨਾ ਨਾ ਨਹੀਂ। ਰਾਜ ਨਾ ਭਾਗ ਨਾ ਹੁਕਮ ਨਾ ਸਾਧਨ। ਪ੍ਰਭੂ ਦੇ ਪਿਆਰ ਦੀ ਥਾਂ ਨਾ ਰਾਜ, ਨਾ ਧਨ ਪਦਾਰਥ, ਨਾ ਹਕੂਮਤ, ਨਾ ਸਵਾਦਲੇ ਖਾਣੇ, ਮੈਨੂੰ ਕਿਸੇ ਵੀ ਚੀਜ਼ ਦੀ ਕੋਈ ਲੋੜ ਨਹੀਂ। ਰਾਜ ਨਾ ਭਾਗ ਨਾ ਹੁਕਮ ਨਾ ਸਾਧਨ, ਕਿਛ ਕਿਛ ਨਾ ਚਾਹੀ, ਨਹੀਂ ਜ਼ਰੂਰਤ। ਚਰਨਨ ਸ਼ਰਨਨ ਸੰਤਨ ਬੰਧਨ, ਸੁਖੋ ਸੁਖ ਪਾਹੀ, ਨਾਨਕ ਤਪਤ ਹਰੀ, ਮਿਲੇ ਪ੍ਰੇਮ ਪਿਰੀ। ਹੇ ਭਾਈ, ਸੰਤ ਜਨਾਂ ਦੇ ਚਰਨਾਂ ਦੀ ਸ਼ਰਨ, ਸੰਤ ਜਨਾਂ ਦੇ ਚਰਨਾਂ ਤੇ ਨਮਸਕਾਰ, ਇਹਦੇ ਵਿੱਚ ਹੀ ਗੁਰੂ ਸਾਹਿਬ ਕਹਿੰਦੇ ਮੈਂ ਸੁੱਖ ਹੀ ਸੁੱਖ ਅਨੁਭਵ ਕਰਦਾ ਹਾਂ। ਹੇ ਨਾਨਕ, ਜੇ ਪਿਆਰੇ ਪ੍ਰਭੂ ਦਾ ਪ੍ਰੇਮ ਮਿਲ ਜਾਏ ਤਾਂ ਮਨ ਵਿੱਚੋਂ ਤ੍ਰਿਸ਼ਨਾ ਦੀ ਸੜਨ ਦੂਰ ਹੋ ਜਾਂਦੀ ਹੈ। ਅੱਜ ਦੀ ਗੁਰਬਾਣੀ ਦੇ ਵਿੱਚੋਂ ਅਸੀਂ ਸਿੱਖਿਆ ਕਿ ਬੇਸ਼ੱਕ ਮੰਨਣ ਦੇ ਲਈ ਕਲਯੁਗ ਨੂੰ ਮਾੜਾ ਯੁੱਗ ਮੰਨਿਆ ਜਾਂਦਾ ਹੋਵੇ, ਪਰ ਅਸਲ ਦੇ ਵਿੱਚ ਇਹੀ ਸ੍ਰੇਸ਼ਟ ਯੁੱਗ ਹੈ। ਨੰਬਰ 2 ਤੇ ਪਰਮਾਤਮਾ ਦੀ ਤਾਕਤ ਦੇ ਬਾਰੇ 'ਚ ਅਸੀਂ ਜਾਣਿਆ ਕਿ ਕਿਵੇਂ ਵਿਕਾਰਾਂ ਦੇ ਵਿੱਚ ਡਿੱਗਿਆਂ ਨੂੰ ਉੱਪਰ ਉਠਾਉਣ ਦੀ ਤਾਕਤ ਪਰਮਾਤਮਾ ਰੱਖਦਾ ਹੈ। ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ ਉਹਨਾਂ ਨੂੰ ਜਾਣਨ ਲਾ ਦਿੰਦਾ ਹੈ, ਤੇ ਦੂਜੇ ਪਾਸੇ ਜਿਹੜੇ ਸਾਰੀ ਦੁਨੀਆ ਦੇ ਵਿੱਚ ਪ੍ਰਸਿੱਧ ਹੁੰਦੇ ਨੇ ਉਹਨਾਂ ਨੂੰ ਪਲਾਂ ਦੇ ਵਿੱਚ ਤਹਿਸ ਨਹਿਸ ਵੀ ਕਰ ਦਿੰਦਾ ਹੈ। ਇਹ ਪਰਮਾਤਮਾ ਦੀ ਤਾਕਤ ਹੈ। ਤੇ ਤੀਸਰਾ ਵੱਡਾ ਸੰਦੇਸ਼ ਜੋ ਅੱਜ ਦੀ ਗੁਰਬਾਣੀ ਦੇ ਵਿੱਚੋਂ ਸਿੱਖਣ ਨੂੰ ਸਾਨੂੰ ਮਿਲਿਆ, ਗੁਰੂ ਸਾਹਿਬ ਕਹਿੰਦੇ ਮੇਰੇ ਲਈ ਪਰਮਾਤਮਾ ਦਾ ਪ੍ਰੇਮ ਹੀ ਸਭ ਤੋਂ ਵੱਡੀ ਦਾਤ ਹੈ। ਉਹਦੇ ਮੁਕਾਬਲੇ 'ਚ ਮੈਨੂੰ ਹੋਰ ਕੁਝ ਵੀ ਨਹੀਂ ਚਾਹੀਦਾ। ਨਾ ਤੇ ਕੋਈ ਕੀਮਤੀ ਪਦਾਰਥ ਚਾਹੀਦੇ ਨੇ, ਨਾ ਸਵਾਦਲੇ ਭੋਜਨ ਚਾਹੀਦੇ ਨੇ, ਤੇ ਨਾ ਹੀ ਰਾਜ ਜਾਂ ਹਕੂਮਤ ਚਾਹੀਦੀ ਹੈ। ਬਸ ਮੈਨੂੰ ਤੇ ਪ੍ਰਭੂ ਦਾ ਪ੍ਰੇਮ ਚਾਹੀਦਾ ਹੈ। ਆਓ ਅਰਦਾਸ ਕਰੀਏ, ਗੁਰੂ ਸਾਹਿਬ ਵੱਲੋਂ ਬਖਸ਼ੀਆਂ ਹੋਈਆਂ ਇਹ ਸਿੱਖਿਆਵਾਂ ਸਾਡੇ ਹਿਰਦਿਆਂ ਦੇ ਉੱਪਰ ਅਸਰ ਕਰਨ, ਸਾਡੇ ਹਿਰਦਿਆਂ ਦੇ ਵਿੱਚ ਘਰ ਕਰਨ। ਪਰਮਾਤਮਾ ਸਾਡੇ ਤੇ ਮਿਹਰ ਕਰੇ, ਇਹ ਸਿੱਖਿਆਵਾਂ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਬਣ ਜਾਣ। ਇੱਥੇ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।